ਹਰਜੋਤ ਸਿੰਘ ਜੀ, ਹੁਣ ਆਪਾਂ ਉਹ ਗੱਲ ਜਿਹੜੀ ਉਹ ਕਰਦੇ ਹਾਂ, ਜਿਹੜੀ ਫਰੇਟ ਵੇਵਸ ਨੇ ਇੱਕ ਉੱਥੇ ਜਿਹੜਾ ਉਹ ਜਾ ਕੇ ਇੱਕ ਜਿਹੜਾ ਸੈਮੀਨਾਰ ਜਿਹਾ ਹੋਇਆ ਸੀ, ਪ੍ਰੈਜੈਂਟੇਸ਼ਨ ਜਿਹੜੀ ਉਹ ਦਿਖਾਈ ਗਈ ਸੀ ਵੀ ਕਿਸ ਤਰੀਕੇ ਦੇ ਨਾਲ ਉਹ ਕਹਿ ਰਹੇ ਆ ਵੀ ਭਾਈ ਵੀ ਇਹ ਜਿੰਨੀ ਵੀ ਜਿਹੜੀ ਫਰੇਟ ਦੀ ਜਿਹੜੀ ਚੋਰੀ ਆ ਉਹ ਖਾਲਿਸਤਾਨੀ ਗੈਂਗਸ ਦੇ ਨਾਮ ਦੇ ਨਾਲ ਜਿਹੜਾ ਉਹਨਾਂ ਨੇ ਪੂਰੀ ਤਰ੍ਹਾਂ ਬਦਨਾਮ ਕਰਨ ਦੇ ਲਈ ਕੋਸ਼ਿਸ਼ ਕੀਤੀ। ਇਹ 100% ਇਦਾਂ ਲੱਗ ਰਿਹਾ ਸੀਗਾ ਵੀ ਭਾਰਤੀ ਸਰਕਾਰ ਦਾ ਜਿਹੜਾ ਸਪਾਂਸਰਡ ਪ੍ਰੈਜੈਂਟੇਸ਼ਨ ਜਿਹੜੀ ਉੱਥੇ ਚੱਲ ਜਿਹੜੀ ਹੋ ਰਹੀ ਹੋਵੇ। ਹੁਣ ਪਰ ਜਦੋਂ FBI ਨੇ ਸਾਰੀਆਂ ਚੀਜ਼ਾਂ ਕਲੀਅਰ ਕਰ ਦਿੱਤੀਆਂ ਵੀ ਜਿਹੜਾ ਬਿਸ਼ਨੋਈ ਗੈਂਗ, ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ, ਢੰਡਾ, ਇਹ ਸਾਰੇ ਜਾਣਿਆਂ ਦੇ ਇੰਡਾਈਟਮੈਂਟ ਆਈ ਆ। ਵਿੱਚ ਹੀ ਕਿਸੇ ਕੋਈ ਗੁਰਲਾਲ ਨਾਂ ਦਾ, ਕੋਈ ਅੰਮ੍ਰਿਤਪਾਲ, ਪਰ ਬੜੇ ਬਲ, ਕੋਈ ਹੋਰ ਅਨੇਕਾਂ ਹੀ ਜਿਹੜੇ ਨਾਮ ਆ ਉਹ ਇਸ ਦੇ ਵਿੱਚ ਸਾਹਮਣੇ ਜਿਹੜੇ ਉਹ ਆਏ ਆ। ਇਹ ਵੀ ਜਿਹੜਾ ਉਹ ਦੇਖਿਆ ਵੀ ਇਨਫਿਲਟਰੇਟ ਕਰ ਚੁੱਕੇ ਸੀਗੇ ਬਹੁਤ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਵਿੱਚ ਜੀ ਵੀ ਉਹ ਕੰਮ ਜਿਹੜੇ ਡਰੱਗ ਸਮਗਲਿੰਗ ਦਾ, ਮਰਡਰ ਫਾਰ ਹਾਇਰ ਦਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਸੀਗੇ। ਇੱਕ ਲੇਟੈਸਟ ਸਟਾਕ ਜਿਹੜੀ ਸੈਕਰਾਮੈਂਟੋ ਬੀ ਦੀ ਜਿਹੜੀ ਖਬਰ ਦੇ ਮੁਤਾਬਕ, ਜਿਹੜੀ ਮੈਂ ਉਦੋਂ ਤੁਹਾਨੂੰ ਥੋੜੀ ਜਿਹੀ ਗੱਲ ਦੱਸੀ ਸੀਗੀ, ਉਹਦੇ ਬਾਰੇ ਤੁਹਾਨੂੰ ਦੱਸ ਦੇਈਏ। ਬੰਦਿਆਂ ਦੇ ਨਾਮ ਤਾਂ ਜਿਹੜਾ ਉਹਨਾਂ ਦਾ ਉਹ ਸਾਹਮਣੇ ਨਹੀਂ ਆਇਆ, ਨਾਮ ਉਹਨਾਂ ਨੇ ਜਿਹੜਾ ਉਹ ਨਹੀਂ ਦੱਸੇ, ਪਰ ਉਹਨਾਂ ਨੇ ਜਿਹੜਾ ਇਹ ਦੱਸਿਆ ਵੀ ਮੰਡੇਰੇ ਦੇ ਵਿੱਚ ਇਹ ਕਾਂਡ ਜਿਹੜਾ ਉਹ ਵਾਪਰਿਆ ਸੀਗਾ ਵੀ ਜਿੱਥੇ ਮੰਡੇਰੇ ਦੇ ਰਹਿਣ ਵਾਲੇ ਇੱਕ ਵਸਨੀਕ ਨੂੰ ਕਾਲਾਂ ਆਉਂਦੀਆਂ ਆ ਵੀ ਭਾਈ ਤੁਸੀਂ ਇਸ ਤਰੀਕੇ ਦੇ ਨਾਲ ਮਨੀ ਜਿਹੜੀ ਉਹ ਸਾਨੂੰ ਦਿਓ, ਜੇ ਤੁਸੀਂ ਮਨੀ ਨਹੀਂ ਦਿੱਤੀ, ਡਾਲਰ ਜਿਹੜੇ ਉਹ ਨਹੀਂ ਦਿੱਤੇ, ਤਾਂ ਫਿਰ ਤੁਹਾਡੇ ਉਲਟ ਜਿਹੜੀ ਉਹ ਕਾਰਵਾਈ ਹੋਊਗੀ। ਕਹਿੰਦੇ ਵੀ ਇਹ ਰੈਸਟੋਰੈਂਟ ਓਨਰ ਨੇ ਜਿਨ੍ਹਾਂ ਨੇ ਆਇਡੈਂਟੀਫਾਈ ਹੋਣ ਤੋਂ ਆਪਣੇ ਆਪ ਨੂੰ ਲੁਕਾ ਕੇ ਰੱਖਿਆ, ਅਨੋਨਿਮਸਲੀ ਜਿਹੜਾ ਉਹ ਦੱਸਿਆ। ਕਹਿੰਦੇ ਵੀ ਉਹਨਾਂ ਦਾ ਪਰਿਵਾਰ ਅਜੇ ਇੰਡੀਆ ਦੇ ਵਿੱਚ ਹੀ ਆ ਤੇ ਜਿਹੜੇ ਐਕਸਟੋਰਸ਼ਨ ਕਰਨ ਵਾਲਿਆਂ ਨੇ ਧਮਕੀ ਦਿੱਤੀ ਵੀ ਉਹਨਾਂ ਨੂੰ ਜਿਹੜਾ ਅਸੀਂ ਮਾਰ ਦੇਵਾਂਗੇ। ਕਹਿੰਦੇ ਵੀ ਦੇ ਆਰ ਟਾਰਗੇਟਿੰਗ ਮੋਸਟਲੀ ਦ ਸਿੱਖ ਪੀਪਲ, ਸਿੱਖ ਕਮਿਊਨਿਟੀ। ਇਹ ਜਿਸ ਤਰੀਕੇ ਦੇ ਨਾਲ ਸੋ ਜਿਹੜੇ ਐਕਸਟੋਰਸ਼ਨ ਵਾਲੇ ਆ ਨਾ, ਇਹ ਜਿਹੜੇ ਗੈਂਗ ਸੀਗੇ, ਇਹਨਾਂ ਦਾ ਮਕਸਦ ਹੀ ਇਹ ਸੀਗਾ। ਇਹ ਲਾਈਨ ਬਹੁਤ ਜ਼ਿਆਦਾ ਇੰਪੋਰਟੈਂਟ ਆ ਜਿਹੜੇ ਸੈਕਰਾਮੈਂਟੋ ਬੀ ਦੇ ਆਰਟੀਕਲ ਦੇ ਵਿੱਚ ਆ। ਦੇ ਆਰ ਜਸਟ ਟਾਰਗੇਟਿੰਗ ਮੋਸਟਲੀ ਦ ਸਿੱਖ ਪੀਪਲ, ਦ ਸਿੱਖ ਕਮਿਊਨਿਟੀ। ਸਿੱਖਾਂ ਦੇ ਦੁਆਰਾ, ਪੰਜਾਬੀਆਂ ਦੇ ਦੁਆਰਾ ਜਿਹੜੀ ਟਰੱਕਿੰਗ ਕਮਿਊਨਿਟੀ ਦੇ ਵਿੱਚ ਕਾਫੀ ਜ਼ਿਆਦਾ ਆਪਣਾ ਨਾਮ ਅੱਗੇ ਜਿਹੜਾ ਉਹ ਵਧਾਇਆ ਗਿਆ, ਬਟ ਕੁਝ ਕੁ ਲੋਕਾਂ ਦੀਆਂ ਜਿਹੜੀਆਂ ਕਰਤੂਤਾਂ ਦੇ ਕਰਕੇ ਉਹ ਨਾਮ ਬਦਨਾਮ ਵੀ ਹੋਇਆ। ਪਰ ਹੁਣ ਇਹ ਚੀਜ਼ ਕਲੀਅਰ ਹੋ ਗਈ ਜਿਹਦਾ ਖਦਸ਼ਾ ਸਾਰੇ ਜਾਣੇ ਪ੍ਰਗਟਾ ਰਹੇ ਸੀਗੇ ਵੀ ਇਹ ਲੋਕ ਕਿਤੇ ਨਾ ਕਿਤੇ ਭਾਰਤ ਸਰਕਾਰ ਦੇ ਦੁਆਰਾ ਜਿਹੜੇ ਉਹ ਭੇਜੇ ਹੋਏ ਲੱਗਦੇ ਆ, ਜਿਨ੍ਹਾਂ ਦਾ ਕੰਮ ਆ ਵੀ ਸਿੱਖਾਂ ਨੂੰ ਬਦਨਾਮ ਇਸ ਦੇ ਵਿੱਚ ਕੀਤਾ ਜਾਵੇ। ਸੋ ਉਹ ਜਿਹੜਾ ਉਹ ਦੱਸਦੇ ਆ, ਕਹਿੰਦੇ ਵੀ ਉਹਨੂੰ 2-3 ਵਜੇ ਦਸੰਬਰ ਦੀ ਮਾਰਨਿੰਗ ਦੇ ਵਿੱਚ ਉਹਦੇ ਰੈਸਟੋਰੈਂਟ ਦੇ ਬਾਹਰ ਗੋਲੀਆਂ ਜਿਹੜੀਆਂ ਉਹ ਚੱਲੀਆਂ, ਜਿਹਦੇ ਕਰਕੇ ਉੱਥੇ ਕਈ ਗੋਲੀਆਂ ਦੇ ਸੁਰਾਖ ਉਹਦੇ ਰੈਸਟੋਰੈਂਟ ਦੇ ਵਿੱਚ ਜਿਹੜੇ ਹੋਏ। ਕਹਿੰਦੇ ਵੀ ਉਹ ਤੋਂ ਅਗਲੇ ਦਿਨ ਉਹਨੂੰ ਕਾਲ ਆਉਂਦੀ ਆ ਬਿਸ਼ਨੋਈ ਗੈਂਗ ਦੇ ਵੱਲੋਂ ਤੇ $500,000 $5 ਲੱਖ ਦੀ ਉਹਦੇ ਕੋਲੋਂ ਮੰਗ ਕੀਤੀ ਜਾਂਦੀ ਆ। ਤੇ ਕਹਿੰਦੇ ਵੀ ਜਦ ਉਹਨੇ ਉਹ ਮਨੀ ਨਹੀਂ ਦਿੱਤੀ ਤਾਂ 10 ਦਿਨਾਂ ਬਾਅਦ ਇੰਡੀਆ ਦੇ ਵਿੱਚ ਜਿਹੜਾ ਉਸਦਾ ਫੈਮਿਲੀ ਮੈਂਬਰ ਸੀਗਾ, ਅੰਕਲ ਸੀਗਾ, ਉਸ ਦੇ ਉਹਨੇ ਗੋਲੀਆਂ ਜਿਹੜੀਆਂ ਉਹ ਮਾਰੀਆਂ। ਤੇ ਗੋਲੀ ਜਿਹੜੀ ਚੱਲਣ ਤੋਂ ਬਾਅਦ ਉਹਦੇ ਰੈਸਟੋਰੈਂਟ ਦੇ ਉੱਤੇ ਫਿਰ ਕਾਲ ਆਉਂਦੀ ਆ, ਇਹ ਮੇਕ ਸ਼ੋਰ ਕਰਨ ਦੇ ਲਈ ਵੀ ਇਹ ਦੋਨੋਂ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਹੈਗੀਆਂ ਆ। ਕਹਿੰਦੇ ਵੀ ਲਗਾਤਾਰ ਉਹਨੂੰ ਕਾਲਾਂ ਆਉਂਦੀਆਂ ਰਹੀਆਂ। ਇਸ ਸਾਲ ਜੂਨ ਦੀ 8 ਤਰੀਕ ਨੂੰ ਮੰਡੇਰਾ ਦੇ ਇਸ ਰੈਸਟੋਰੈਂਟ ਦੇ ਉੱਤੇ ਫਿਰ ਦੁਬਾਰਾ ਜਿਹੜੀਆਂ ਉਹ ਗੋਲੀਆਂ ਚੱਲਦੀਆਂ ਆ। ਤੇ ਕਹਿੰਦੇ ਵੀ ਕਾਲ ਜਿਹੜੀ ਆਉਂਦੀ ਆ ਐਕਸਟੋਰਨਿਸਟ ਦੀ, ਜਦੋਂ ਪੁਲਿਸ ਅਗਲੇ ਦਿਨ ਇਨਵੈਸਟੀਗੇਸ਼ਨ ਕਰਦੀ ਹੈਗੀ ਆ ਤੇ ਉਦੋਂ ਹੀ ਇਹ ਚੀਜ਼ ਦਾ ਪਤਾ ਲੱਗਾ ਵੀ ਜਦੋਂ ਪੁਲਿਸ ਵਾਲਿਆਂ ਦੇ ਨਾਲ ਵੀ ਉਹਨੇ ਗੱਲ ਕੀਤੀ, ਕਹਿੰਦੇ ਅਸੀਂ ਨਹੀਂ ਪਰਵਾਹ ਕਰਦੇ ਤੁਸੀਂ ਕਿਹੜੀ ਅਮਰੀਕਾ ਦੀ ਜਿਹੜੀ ਉਹ ਪੁਲਿਸ ਜਿਹੜੀ ਉਹ ਹੈਗੀ ਆ। ਸੋ ਇਹ ਜਿਹੜਾ ਸੈਕਰਾਮੈਂਟੋ ਬੀ ਦੇ ਆਰਟੀਕਲ ਦੇ ਵਿੱਚ ਇਹ ਨਵੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਹੋਰ ਹਰਜੋਤ ਸਿੰਘ ਜੀ ਸਾਹਮਣੇ ਜਿਹੜੀਆਂ ਆਈਆਂ ਹੈਗੀਆਂ। ਇਹ ਗੱਲ ਅਸੀਂ ਤੁਹਾਨੂੰ ਤਾਂ ਇਸ ਕਰਕੇ ਨਾਲ ਇਸ ਖਬਰ ਦੇ ਦੱਸ ਰਹੇ ਹਾਂ ਵੀ ਇਹ ਜਿਹੜਾ ਕੰਮ ਕਰ ਰਹੇ ਸੀਗੇ ਲੋਕ ਜਿਹੜੇ ਡਰੱਗ ਸਮਗਲਿੰਗ ਦਾ, ਕਿਉਂਕਿ ਉੱਥੇ ਉਹਨਾਂ ਨੇ ਦੱਸਿਆ ਵੀ ਡਰੱਗ ਸਮਗਲਿੰਗ ਦੇ ਲਈ, ਚੋਰੀ ਦੇ ਲਈ ਉਹਨਾਂ ਨੇ ਕਈ ਤਰੀਕੇ ਦੇ ਜਿਹੜੇ ਟਰੱਕਿੰਗ ਰਾਊਟਸ ਆ ਉਹਨਾਂ ਦਾ ਫਾਇਦਾ, ਟਰੱਕਾਂ ਦਾ ਜਿਹੜਾ ਉਹ ਫਾਇਦਾ ਜਿਹੜਾ ਉਹ ਚੱਕਿਆ। ਤੇ ਇਹ ਸਾਰੇ ਕਾਸੇ ਦੇ ਵਿੱਚ ਉਹਨਾਂ ਦਾ ਇੱਕ ਹੀ ਜਿਹੜਾ ਉਹ ਮਕਸਦ ਸੀਗਾ ਵੀ ਜਿਹੜੀ ਇੱਕ ਹਿਸਾਬ ਦੇ ਨਾਲ ਲੋਕਾਂ ਦੀ ਇੱਜ਼ਤ ਬਣੀ ਆ, ਇਸ ਕਮਿਊਨਿਟੀ ਦੀ ਇੱਜ਼ਤ ਬਣੀ ਆ ਇਸ ਇੰਡਸਟਰੀ ਦੇ ਵਿੱਚ, ਉਸ ਨੂੰ ਕਿੱਦਾਂ ਤਾਰ-ਤਾਰ ਜਿਹੜਾ ਉਹ ਕੀਤਾ ਜਿਹੜਾ ਹੋ ਜਾਵੇ। ਉੱਥੇ ਇਸ ਜਿਹੜਾ ਫਰੇਟ ਵੇ ਵਾਲੀ ਜਿਹੜੀ ਤੁਸੀਂ ਹਰਜੋਤ ਸਿੰਘ ਜੀ ਦੱਸ ਰਹੇ ਆ,
ਉਸ ਪ੍ਰੈਜੈਂਟੇਸ਼ਨ ਦੇ ਵਿੱਚ ਤਾਂ ਉਹਨਾਂ ਨੇ ਇਹੀ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਵੀ ਜਿਹੜੇ ਖਾਲਿਸਤਾਨੀ ਗੈਂਗਸ ਆ ਉਹ ਇਸ ਤਰੀਕੇ ਦੇ ਨਾਲ ਨਾਮ ਲੈ ਕੇ ਜਿਹੜੇ ਇਹਨਾਂ ਨੂੰ ਉਹਦਾ ਕਹਿੰਦੇ ਆ ਵੀ ਉਹਨਾਂ ਦੇ ਦੁਆਰਾ ਇਹ ਸਾਰਾ ਕੁਛ ਚੋਰੀ ਚਕਾਰੀ ਜਿਹੜੀ ਉਹ ਹੋ ਰਹੀ ਆ। ਜਦ ਕਿ ਆ ਜਿਹੜੀ FBI ਦੀ ਇੰਡਾਈਟਮੈਂਟ ਤੋਂ ਬਾਅਦ ਚ ਉਸ ਗੱਲ ਦੇ ਉੱਤੇ ਵੀ ਪਰਦਾ ਜਿਹੜਾ ਉਹ ਚੱਕ ਹੋ ਗਿਆ ਵੀ ਇਹ ਸਾਰੀ ਚੋਰੀ ਚਕਾਰੀ ਚ ਡਰੱਗ ਸਮਗਲਿੰਗ ਦੇ ਵਿੱਚ ਇਨਫੈਕਟ ਭਾਰਤ ਸਰਕਾਰ ਦੀ ਸ਼ਹਿ ਦੇ ਉੱਤੇ ਜਿਹੜੇ ਉਹ ਚੱਲਣ ਵਾਲੇ ਇਹ ਜਿਹੜੇ ਗੈਂਗ ਆ ਉਹਨਾਂ ਦਾ ਹੀ ਇਹ ਸਾਰਾ ਕੰਮ ਸੀਗਾ। ਸੋ ਜਿਹੜੇ ਫਰੇਟ ਵੇਵਸ ਮੈਗਜ਼ੀਨ ਆ, ਬਹੁਤ ਵੱਡਾ ਮੈਗਜ਼ੀਨ ਆ ਇਹ ਟਰੱਕਿੰਗ ਇੰਡਸਟਰੀ ਦੇ ਵਿੱਚ। ਸੋ ਉਹਨਾਂ ਨੇ ਟਰਮ ਜਿਹੜੀ ਖਾਲਿਸਤਾਨ ਆ, ਉਹਨਾਂ ਨੇ ਕਿਹਾ ਵੀ ਇਹ ਸਿੱਧਾ ਕਨੈਕਸ਼ਨ ਹੀ ਹੈ ਇਹਦਾ ਕਾਰਗੋ ਥੈਫਟ ਕ੍ਰਾਈਮ ਰਿੰਗ ਦੇ ਨਾਲ। ਸੋ ਪਿਛਲੇ 2 ਦਿਨਾਂ ਦੇ ਵਿੱਚ ਜੋ ਕੁਝ FBI, RCMP, ਹੋਰ ਜਿਹੜੀਆਂ ਏਜੰਸੀਜ਼ ਯੂਰਪ ਦੀਆਂ, ਉਹਨਾਂ ਨੇ ਰਲ ਕੇ ਕਿੱਦਾਂ ਐਕਸਪੋਜ਼ ਕੀਤਾ ਵੀ ਜਿਹੜੇ ਬਿਸ਼ਨੋਈ ਗੈਂਗ ਆ, ਗੋਲਡੀ ਬਰਾੜ ਗੈਂਗ ਆ, ਇਹ ਜਿਹੜੇ ਗੈਂਗ ਆ ਉਹ ਇੰਡੀਆ ਤੋਂ ਰਨ ਕਰਦੇ ਆ ਤੇ ਉਹ ਇੱਥੇ ਡਰੱਗ ਦਾ ਧੰਦਾ ਕਰਦੇ ਆ ਤੇ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ। ਪ੍ਰੋਬਲਮ ਕੀ ਆ ਵੀ ਆਪਾਂ ਬਹੁਤ ਵੱਡੀ ਕਮਿਊਨਿਟੀ ਆ ਟਰੱਕਿੰਗ ਇੰਡਸਟਰੀ ਦੇ ਵਿੱਚ। ਜਦੋਂ ਕੋਈ ਸਾਡੇ ਉਲਟ ਆਰਟੀਕਲ ਆਉਂਦਾ ਆ ਤੇ ਚੁੱਪ ਕਰਕੇ ਬਹਿ ਜਾਂਦੇ ਆ, ਕੋਈ ਨਹੀਂ ਵੀ ਸਾਨੂੰ ਕੀ ਆ ਜੀ। ਜੇ ਕੋਈ ਪੰਜਾਬੀ ਕਮਿਊਨਿਟੀ ਦਾ ਕੋਈ ਨਿਊਜ਼ਪੇਪਰ, ਕੋਈ ਰੇਡੀਓ ਸਟੇਸ਼ਨ, ਕੋਈ TV ਉਹ ਖਬਰ ਸਾਂਝੀ ਕਰਦਾ, ਫਿਰ ਉਹਨਾਂ ਦੇ ਦੁਆਲੇ ਗਾਲਾਂ ਕੱਢਣ ਲੱਗ ਪੈਂਦੇ ਆ। ਪਰ ਤੁਸੀਂ ਜਿਹੜੇ ਇਹ ਮੈਗਜ਼ੀਨ ਆ, ਆਰਟੀਕਲ ਆਉਂਦੇ ਇੱਥੇ ਦੇ ਜਿਹੜੇ ਨਿਊਜ਼ ਚੈਨਲ ਆ, ਉਹਨਾਂ ਦੇ ਥੱਲੇ ਜਾ ਕੇ ਕਮੈਂਟ ਦੇਖਿਆ ਕਰੋ, ਚਾਹੇ ਤੁਸੀਂ ਟਰੱਕਿੰਗ ਇੰਡਸਟਰੀ 'ਚ ਹੈਗੇ ਚਾਹੇ ਨਹੀਂ। ਕਿੰਨੀ ਜ਼ਿਆਦਾ ਜਿਹੜੀ ਉਹ ਹੇਟ ਫੈਲਾਉਂਦੇ ਹੈਗੇ ਆ ਤੇ ਆਹ ਦੇਖੋ ਆਹ ਕਮਿਊਨਿਟੀ ਲੋਕ ਆਹ ਕੰਮ ਕਰਦੇ ਆ। ਤੇ ਅਨਫੋਰਚੂਨੇਟਲੀ ਬਹੁਤ ਸਾਰੇ ਆਪਣੇ ਪੰਜਾਬੀ ਕਹਿਣ ਲੱਗ ਪੈਂਦੇ ਵੀ ਆਹ ਦੇਖੋ ਜੀ ਆਹ ਤਾਂ ਖਾਲਿਸਤਾਨੀਆਂ ਦੇ ਕੰਮ ਆ, ਦੇਖੋ ਇਹ ਸਾਨੂੰ ਹੀ ਬਦਨਾਮ ਕਰੀ ਜਾਂਦੇ ਆ। ਹੁਣ ਤੁਹਾਡੇ ਸਾਹਮਣੇ ਐਕਸਪੋਜ਼ ਹੋ ਗਿਆ ਸਾਰਾ ਕੁਛ। ਤੇ ਭਾਰਤ ਦੀ ਸਰਕਾਰ, ਉਹਨਾਂ ਦੇ ਹੀ ਅੱਤਵਾਦੀ ਜਿਹੜੇ ਆ, ਉਹ ਪੂਰੀ ਕੌਮ ਨੂੰ ਜਿਹੜੇ 40 ਸਾਲਾਂ ਤੋਂ ਟਰੱਕਿੰਗ ਇੰਡਸਟਰੀ ਦੇ ਵਿੱਚ ਆ, ਉਹਨਾਂ ਨੂੰ ਕਿੱਦਾਂ ਬਦਨਾਮ ਕਰਨ ਲੱਗੇ ਹੋਏ ਆ ਵੀ ਇਹਨਾਂ ਨੂੰ ਪੂਰਾ ਬਦਨਾਮ ਕਰ ਦਿਓ। ਇਸੇ ਇੰਡਸਟਰੀ ਦੇ ਵਿੱਚ ਇਹ ਥੋੜੇ ਰੋਟੀ ਪਾਣੀ ਚੰਗੀ ਖਾਂਦੇ ਹੈਗੇ ਆ, ਇਹਨਾਂ ਨੂੰ ਘਰ ਬਿਠਾ ਦਿਓ। ਉਹ ਤੋਂ ਬਾਅਦ ਹੀ ਸਾਰਾ ਕੁਝ ਇਹ ਵਾਪਰਨਾ ਸ਼ੁਰੂ ਹੋਇਆ ਵੀ ਇੱਥੇ ਦੀਆਂ ਏਜੰਸੀਜ਼ ਜਿਹੜੀਆਂ ਆ, FMCSA ਜਾਂ ਹੋਰ, ਉਹਨਾਂ ਨੇ ਸਟ੍ਰਿਕਟ ਹੋਣਾ ਸ਼ੁਰੂ ਹੋਇਆ ਕੀਤਾ। ਜਿਹੜਾ ਸਾਰਾ ਕੁਝ ਬੜੇ ਹੀ ਇੱਕ ਚਲਾਕ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੇ ਜਿਹੜੇ ਪਾਸਪੋਰਟ ਆ, ਉਹਨਾਂ ਦਾ ਸਿਰਫ ਲਾਸਟ ਨਾਮ ਸਿੰਘ ਕਰਕੇ ਭਾਰਤ ਦੀ ਸਰਕਾਰ ਵੱਲੋਂ ਇਸ਼ੂ ਕੀਤੇ ਗਏ ਤਾਂ ਕਿ ਜਿਹੜਾ ਸਿੰਘ ਸ਼ਬਦ ਆ ਉਹ ਪੂਰੀ ਤਰ੍ਹਾਂ ਬਦਨਾਮ ਹੋ ਜਾਏ। ਨਹੀਂ ਤਾਂ ਆਪਾਂ ਦੇਖਦੇ ਹਾਂ ਵੀ ਮੈਜੋਰਿਟੀ 'ਚ ਤਾਂ ਲੋਕਾਂ ਦੇ ਸਾਰਿਆਂ ਨੇ ਲਾਸਟ ਨਾਮ ਲਿਖੇ ਆ, ਕਿਸੇ ਦਾ ਕੋਈ ਪਿੰਡ ਦਾ ਨਾਮ, ਕਿਸੇ ਦਾ ਕੋਈ ਨਾਮ ਹੈਗਾ ਆ। ਸੋ ਜਿਹੜੇ 15 ਜਾਣੇ ਇੰਡਾਈਟ ਕੀਤੇ ਆ 2 ਦਿਨ ਪਹਿਲਾਂ, ਉਹਨਾਂ 'ਚ ਸਿੰਘ ਨਾਮ ਆ, ਇੰਡੀਆ ਦੇ ਸਿਟੀਜ਼ਨ ਆ। ਸੋ ਇੰਡੀਆ ਦੇ ਸਿਟੀਜ਼ਨ ਇੱਥੇ ਆ ਕੇ ਉਹ ਡਰੱਗ ਦਾ ਕੰਮ ਕਰਦੇ ਆ, ਸਿੱਖਾਂ ਨੂੰ ਮਾਰਨ ਦੀ ਗੱਲ ਕਰਦੇ ਆ, ਜਿਹੜੇ ਕੋਈ ਹਿਊਮਨ ਰਾਈਟਸ ਦੀ ਗੱਲ ਕਰਦੇ ਆ, ਜਿਹੜੇ ਕੋਈ ਬੋਲਦੇ ਆ ਵੀ ਉੱਥੇ ਧੱਕਾ ਹੋ ਰਿਹਾ ਮਿਨੋਰਟੀਜ਼ ਦੇ ਨਾਲ, ਉਹਨਾਂ ਨੂੰ ਆਪਾਂ ਦੇਖਿਆ ਹੀ ਆ ਵੀ ਹਰਦੀਪ ਸਿੰਘ ਨਿੱਜਰ ਦਾ ਹੁਣ ਸ਼ਰੇਆਮ ਉਹਨਾਂ ਨੇ ਕਹਿ ਦਿੱਤਾ ਵੀ ਬਿਜਨੋਈ ਗੈਂਗ ਨੇ ਕੀਤਾ। ਤੇ ਭਾਰਤ ਦੀ ਸਰਕਾਰ ਬੜੀ ਖੁਸ਼ ਹੋ ਕੇ ਕਹਿ ਰਹੀ ਆ ਵੀ ਦੇਖੋ ਜੀ ਇਹ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਨਹੀਂ, ਸਾਨੂੰ ਬਦਨਾਮ ਕੀਤਾ ਜਾ ਰਿਹਾ ਸੀ, ਟਰਾਂਸਨੈਸ਼ਨਲ ਇਹ ਤਾਂ ਕ੍ਰਾਈਮ ਆ। ਤੇ ਤੁਹਾਡੀ ਜੇਲ੍ਹ ਆ, ਤੁਹਾਡੀ ਜੇਲ੍ਹ ਚੋਂ ਰਨ ਕਰ ਰਿਹਾ ਐਡਾ ਵੱਡਾ ਜਿਹੜਾ ਹੁਣ ਪੂਰਾ ਜਿਹੜਾ ਨਹੀਂ ਹਰਜੋਤ ਸਿੰਘ ਜੀ, ਇਹਦੇ ਵਿੱਚ ਸੌਰੀ ਮੈਂ ਤੁਹਾਡੀ ਗੱਲ ਦੇ ਵਿੱਚ ਐਡ ਕਰਦਾ ਜਾਵਾਂ ਗੱਲ। RCMP ਦੀ ਰਿਪੋਰਟ ਆ, ਉਹਨਾਂ ਨੇ ਕਿਹਾ ਵੀ ਬਿਸ਼ਨੋਈ ਗੈਂਗ ਐਕਟਿੰਗ ਔਨ ਬਿਹਾਫ ਆਫ ਇੰਡੀਅਨ ਗਵਰਨਮੈਂਟ। ਇਹ RCMP ਦੀ ਰਿਪੋਰਟ ਆ ਜੀ। ਇਹ ਪਿਛਲੀ 13-14 ਜਨਵਰੀ ਨੂੰ ਇਹ ਪੇਸ਼ ਹੋਈ ਹੈ ਇਸੇ ਸਾਲ। RCMP ਦੀ ਰਿਪੋਰਟ ਕਹਿੰਦੀ ਵੀ ਬਿਸ਼ਨੋਈ ਗੈਂਗ ਭਾਰਤ ਸਰਕਾਰ ਦੇ ਤਰਫੋਂ ਕੰਮ ਕਰ ਰਿਹਾ ਸੀਗਾ। ਤੇ ਹੁਣ ਜਦੋਂ ਬਿਸ਼ਨੋਈ ਗੈਂਗ ਵਾਲੇ ਇੰਡਾਈਟ ਹੋਏ ਤੇ ਤਾਂ ਸਿੱਧਾ ਸਪਸ਼ਟ ਆ ਵੀ ਇੰਡੀਅਨ ਸਰਕਾਰ ਇਸ ਦੇ ਵਿੱਚ ਇੰਡਾਈਟ ਜਿਹੜੀ ਉਹ ਹੋਈ ਆ। ਇਹ ਤਾਂ ਕਲੀਅਰ ਹੋ ਗਿਆ ਇਹ ਚੀਜ਼ ਵੀ ਇਹ ਜਿੰਨਾ ਇਸ ਟਾਈਮ ਮਾਇਆ ਜਾਲ ਵਿਛਾਇਆ ਗਿਆ ਆ, ਜਿੰਨੀਆਂ ਇਹ ਪਰਤਾਂ ਇਸ ਟਾਈਮ ਨਿਕਲ ਰਹੀਆਂ ਆ, ਜਿਉਂ-ਜਿਉਂ ਗੰਢੇ ਨੂੰ ਛਿਲਦੇ ਆ ਨਾ ਫਿਰ ਪਤਾ ਲੱਗਦਾ ਵੀ ਥੱਲੇ ਹੈ ਕੀ ਆ। ਸੋ ਇਹ ਪਰਤਾਂ ਇਸੇ ਤਰੀਕੇ ਦੇ ਨਾਲ ਜਿਹੜੀਆਂ ਇਹ ਖੁੱਲ ਰਹੀਆਂ ਆ। ਤੇ ਇੰਡਾਈਟਮੈਂਟ ਦੇ ਵਿੱਚ ਤਾਂ ਹੁਣ ਸਬੂਤ ਉਹ ਕਹਿ ਰਹੇ ਆ ਵੀ ਚਾਰਜ ਉਹ ਕੀਤਾ ਗਿਆ ਆ ਭਾਈ ਨਿੱਜਰ ਹੁਣਾਂ ਦੇ ਜਿਹੜੀ ਅਸੈਸੀਨੇਸ਼ਨ ਦੇ ਮਾਮਲੇ ਦੇ ਵਿੱਚ, ਜਿਹਦੇ ਵਿੱਚ ਬਿਸ਼ਨੋਈ ਦਾ ਨਾਮ ਆ ਰਿਹਾ ਆ, ਜਿਹੜੇ ਆ ਗੋਲਡੀ ਬਰਾੜ ਦਾ ਨਾਮ ਆ ਰਿਹਾ ਆ, ਭਗਵਾਨਪੁਰੀਏ ਦਾ ਨਾਮ ਜਿਹੜਾ ਉਹ ਆ ਰਿਹਾ। ਇਹ ਇੰਨੇ ਸਾਰਿਆਂ ਦੇ ਉਲਟ ਜਿਹੜੀਆਂ ਆ ਉਹ ਇੰਨੀਆਂ ਤਾਂ ਹਰਜੋਤ ਸਿੰਘ ਜੀ ਹੋਈਆਂ ਪਈਆਂ ਇੰਡਾਈਟਮੈਂਟ ਜਿਹੜੀਆਂ ਆਈਆਂ ਇੰਨੇ ਨਾਵਾਂ ਦੇ ਉਲਟ 37 ਜਾਣਿਆਂ ਦੇ ਜਿਹਦੇ ਉਲਟ, ਜਿਨ੍ਹਾਂ 'ਚ ਇਹ ਸਾਰੇ ਨਾਮ ਤੁਹਾਡੇ ਇਹ ਕੁਝ ਮਸ਼ਹੂਰ ਨਾਮ ਆ ਉਹ ਆਪਾਂ ਦੱਸ ਰਹੇ ਹਾਂ, ਇਸ ਤੋਂ ਇਲਾਵਾ ਵੀ ਹੋਰ ਬਥੇਰੇ ਨੇ। ਸੋ RCMP ਦੀ ਰਿਪੋਰਟ ਨੇ ਤਾਂ ਖੁਦ ਇਹ ਕਲੀਅਰ ਕਰ ਦਿੱਤਾ ਸੀਗਾ ਵੀ ਬਿਸ਼ਨੋਈ ਗੈਂਗ ਤਾਂ ਕੰਮ ਹੀ ਭਾਰਤ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਜਿਹੜਾ ਉਹ ਕਰ ਰਿਹਾ ਆ। ਸੋ ਇਹ ਗੱਲ ਉੱਥੇ ਜਾ ਕੇ ਜੁੜਦੀ, ਜਿੱਦਾਂ ਤੁਸੀਂ ਕਿਹਾ ਵੀ ਹੁਣ ਉੱਥੋਂ ਦੀ ਉੱਥੇ ਉਹਨਾਂ ਨੇ ਰੱਖਿਆ ਆ ਅੰਦਰ ਜੇਲ੍ਹ ਦੇ ਵਿੱਚ
ਤੇ ਜੇਲ੍ਹ ਦੇ ਵਿੱਚੋਂ ਏਡਾ ਨੈਟਵਰਕ ਐਵੇਂ ਥੋੜ੍ਹੀ ਚੱਲੀ ਜਾ ਰਿਹਾ, ਕੋਈ ਸ਼ੈ ਉਹਨਾਂ ਨੂੰ ਪ੍ਰਾਪਤ ਆ ਤਾਂ ਹੀ ਜਿਹੜਾ ਉਹ ਚੱਲ ਰਿਹਾ। ਤੇ ਉਹੀ ਬੰਦੇ ਦੇਖੋ ਕਿੱਥੇ-ਕਿੱਥੇ ਟਰੱਕਿੰਗ ਤੋਂ ਲੈ ਕੇ ਹਰ ਇੱਕ ਪਾਸੇ ਤੁਹਾਡੇ ਜਥੇਬੰਦੀਆਂ ਤੱਕ ਦੇ ਵਿੱਚ ਉਹ ਇਨਫਿਲਟਰੇਟ ਕਰ ਚੁੱਕੇ ਹੋਏ ਆ, ਜਿਹਦੇ ਕਰਕੇ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਖਾਮਿਆਜ਼ਾ ਆ ਉਹ ਭੁਗਤਣਾ ਜਿਹੜਾ ਉਹ ਪੈ ਰਿਹਾ ਹੈਗਾ ਆ। ਤੇ ਲੋਕਾਂ ਨੂੰ ਬਹੁਤ ਸਤਰਕ ਰਹਿਣ ਦੀ ਲੋੜ ਆ। ਜਿਹੜਾ FBI ਨੇ $50,000 ਦਾ ਨਾਮ ਰੱਖਿਆ ਆ ਵੱਖ-ਵੱਖ ਲੋਕਾਂ ਦੇ ਲਈ, ਇਸ ਟਾਈਮ ਤਾਂ ਗੋਲਡੀ ਬਰਾੜ ਦੇ ਫੜਾਉਣ ਦੇ ਮਦਦ ਕਰਨ ਵਾਲੇ ਨੂੰ, ਜਿਹੜਾ ਵੀ ਫੜਾਉਣ 'ਚ ਮਦਦ ਕਰੂਗਾ। ਲੋਕਾਂ ਨੂੰ ਦੇਖਣਾ ਚਾਹੀਦਾ ਜਿਹੜੇ ਵੀ ਕੋਈ ਇੱਦਾਂ ਦੇ ਲੋਕ ਨੇ ਤੁਹਾਡੇ ਇਰਦ-ਗਿਰਦ, ਤੁਹਾਨੂੰ ਜੇ ਉਹ ਪਤਾ ਆ ਤੇ FBI ਨੂੰ ਉਹਨਾਂ ਦੀ ਤੁਹਾਨੂੰ ਰਿਪੋਰਟ ਕਰਨੀ ਚਾਹੀਦੀ ਆ। ਟਰੱਕਿੰਗ ਤੁਹਾਡੀ ਵੀ ਕਲੀਨ ਹੋਊਗੀ, ਤੁਹਾਡਾ ਵੀ ਸਾਹ ਜਿਹੜਾ ਉਹ ਸੌਖਾ ਹੋਊਗਾ, ਕਿਉਂਕਿ ਇਹਨਾਂ ਲੋਕਾਂ ਦੇ ਕਰਕੇ ਬਹੁਤ ਜ਼ਿਆਦਾ ਬਦਨਾਮੀ ਤੇ ਬਹੁਤ ਜ਼ਿਆਦਾ ਜਿਹੜਾ ਉਹ ਨਾਮ ਆ ਮਿੱਟੀ ਦੇ ਵਿੱਚ ਜਿਹੜਾ ਉਹ ਸਾਰਿਆਂ ਦਾ, ਸਾਰੀ ਇੰਡਸਟਰੀ ਦਾ ਜਿਹੜਾ ਉਹ ਮਿਲਣ ਲੱਗਾ ਹੋਇਆ ਸੀ ਜੀ। ਸੋ ਸਾਡਾ ਹੁਣ ਕੁਐਸਚਨ ਇਹ ਆ ਵੀ ਜਿਹੜੇ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਆ ਲੋਕ, ਚਾਹੇ ਤੁਸੀਂ ਫੇਸਬੁੱਕ ਚਲਾਉਂਦੇ ਆ, ਪੇਜ ਚਲਾਉਂਦੇ ਆ, ਕੁਛ ਵੀ ਚਲਾਉਂਦੇ ਆ, ਬਿਜ਼ਨਸ ਦੇ ਵਿੱਚ ਆ, ਵੀ ਤੁਹਾਡਾ ਹੁਣ ਫਰਜ਼ ਨਹੀਂ ਬਣਦਾ ਵੀ ਜਿਹੜੇ ਇਦਾਂ ਦੇ ਮੈਗਜ਼ੀਨ ਆ, ਅਮਰੀਕਨ ਗੋਰਿਆਂ ਦਾ ਐਡਾ ਤਕੜਾ ਮੈਗਜ਼ੀਨ ਆ, ਉਹਨਾਂ ਨੇ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਚਿੱਠੀ ਲਿਖੀਏ, ਕੋਈ ਵਕੀਲ ਹਾਇਰ ਕਰੀਏ, ਉਹਨਾਂ ਦੇ ਲਾ ਸੂਟ ਫਾਈਲ ਕਰੀਏ ਵੀ ਦੇਖੋ ਤੁਸੀਂ ਤਾਂ ਉਹੀ ਬਦਨਾਮ ਕਰ ਰਹੇ ਸੀ ਜੋ ਭਾਰਤ ਦੀ ਸਰਕਾਰ ਕਰ ਰਹੀ ਆ। ਇਹ ਤਾਂ ਧੰਨਵਾਦ ਹੋਵੇ ਟਰੰਪ ਐਡਮਿਨਿਸਟ੍ਰੇਸ਼ਨ ਦਾ, FBI ਦਾ, ਬਾਹਰਲੀਆਂ ਜਿਹੜੀਆਂ RCMP ਜਾਂ ਯੂਰਪੀਅਨ ਏਜੰਸੀ ਦਾ, ਜਿਨ੍ਹਾਂ ਨੇ ਪੂਰਾ ਜਿਹੜਾ ਇਹ ਸ਼ੀਸ਼ਾ ਆ ਉਹ ਦਿਖਾਲ ਦਿੱਤਾ ਵੀ ਦੇਖੋ ਆਹ ਬੰਦੇ ਕਿਹੜੇ ਇਨਵੋਲਵ ਹੈਗੇ ਆ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਜਦੋਂ ਕਿਤੇ ਤੁਹਾਡੀ ਕਮਿਊਨਿਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੋਈ ਕਰਦਾ ਆ ਤੇ ਇਕੱਠੇ ਹੋਇਆ ਕਰੋ, ਇਕੱਠੇ ਹੋ ਕੇ ਉਹ ਤੇ ਐਕਸ਼ਨ ਲੈਣ ਦੀ ਗੱਲ ਬਣਦੀ ਆ। ਚਾਹੇ ਗੁਰੂ ਘਰਾਂ ਦੀਆਂ ਕਮੇਟੀਆਂ ਆ, ਚਾਹੇ ਕੋਈ ਟਰੱਕਿੰਗ ਐਸੋਸੀਏਸ਼ਨਸ ਆ, ਚਾਹੇ ਤੁਸੀਂ ਟਰੱਕਿੰਗ ਬਿਜ਼ਨਸ ਦੇ ਵਿੱਚ ਆ। ਇਹ ਨਹੀਂ ਵੀ ਤੁਸੀਂ ਅੱਖਾਂ ਮੀਟ ਲਈਆਂ ਚੁੱਪ, ਸਾਨੂੰ ਕੀ ਜੀ ਕੋਈ ਫੜ ਹੋ ਗਿਆ, ਕੋਈ ਬਦਨਾਮ ਹੁੰਦਾ। ਉਹਦੇ ਨਾਲ ਕੀ ਹੁੰਦਾ ਵੀ ਪੂਰੀ ਕਮਿਊਨਿਟੀ ਤੇ ਲੇਬਲ ਲੱਗਦਾ ਆ ਤੇ ਆਉਣ ਵਾਲੇ ਸਮੇਂ 'ਚ ਨੋ ਮੈਟਰ ਆਪਾਂ 100% ਸਹੀ ਆ, ਤੁਹਾਡੇ ਉੱਤੇ ਵੀ ਉਂਗਲੀ ਚੱਕੀ ਜਾਣੀ ਆ ਤੇ ਤੁਹਾਡੇ ਤੇ ਅਸਰ ਹੋਣਾ। ਅਸਰ ਕਿੱਦਾਂ ਹੋਣਾ? ਉਹਨੀ ਜੋਬਾਂ 'ਚ ਹਾਇਰ ਨਹੀਂ ਕਰਨੇ ਵੀ ਦੇਖੋ ਜੀ ਆਹ ਤਾਂ ਕਮਿਊਨਿਟੀ ਵਾਲੇ ਆਹ ਕੰਮ ਕਰਦੇ ਆ, ਇਹਨਾਂ ਨੂੰ ਲੋਡ ਨਹੀਂ ਦੇਣੇ ਹੈਗੇ। ਆਪਾਂ ਦੇਖਦੇ ਹਾਂ ਸਾਨੂੰ ਕਾਲਾਂ ਹੀ ਆਉਂਦੀਆਂ ਵੀ ਦੇਖੋ ਜੀ ਆਹ ਸਾਨੂੰ ਲੋਡ ਨਹੀਂ ਦਿੱਤਾ, ਪੰਜਾਬੀ ਕਰਕੇ ਨਹੀਂ ਦਿੱਤਾ। ਸੋ ਇਹ ਹੋਣਾ ਵੀ ਕੀਤਾ ਹੈਗਾ ਇੱਦਾਂ ਦੇ ਇਸ਼ੂਜ਼ ਦੇ ਉੱਤੇ, ਨਾ ਕਿ ਐਵੇਂ ਮਾੜੀਆਂ ਗੱਲਾਂ ਦੇ ਉੱਤੇ ਫਿਰ ਆਪਾਂ ਰੌਲਾ ਪਾ ਲੈਂਦੇ ਵੀ ਦੇਖੋ ਜੀ ਆਹ ਹੋ ਗਿਆ, ਆਹ ਹੋ ਗਿਆ। ਸੋ ਸਾਡਾ ਐਜ਼ ਏ ਰੇਡੀਓ ਸਟੇਸ਼ਨ ਕੰਮ ਇਹ ਹੁੰਦਾ ਵੀ ਆਪਣੀ ਕਮਿਊਨਿਟੀ ਨੂੰ ਜਗਾਈਏ, ਆਪਣੀ ਕਮਿਊਨਿਟੀ ਨੂੰ ਕਹੀਏ ਵੀ ਭਾਈ ਇੱਥੇ ਸਾਡੇ ਨਾਲ ਜਿਹੜੇ ਆ ਧੱਕਾ ਹੋ ਰਿਹਾ ਆ, ਆਪਾਂ ਕਮਿਊਨਿਟੀ ਦੇ ਵਿੱਚ ਸ਼ੇਅਰ ਕਰੀਏ ਤੇ ਤੁਸੀਂ ਉਹਦੇ ਉੱਤੇ ਐਕਟ ਕਰੋ, ਨਾ ਕਿ ਹੁਣ ਅਸੀਂ ਕੀ ਕਿੰਨਾ ਕੁਝ ਕਰ ਸਕਦੇ ਹਾਂ। ਜੀ, ਆਪਣੇ ਨਾਲ ਜਗਰੂਪ ਜੀ ਜੁੜੇ ਆ ਤੇ ਫਿਰ ਉਸ ਤੋਂ ਬਾਅਦ 'ਚ ਆਪਣੇ ਨਾਲ ਨਿਰਮਲ ਜੀ ਨੇ ਵੀ ਜੁੜਨਾ ਹੈ, ਉਹਨਾਂ ਨਾਲ ਵੀ ਆਪਾਂ ਕੰਟੈਕਟ ਕਰਾਂਗੇ। ਹਾਂਜੀ ਜਗਰੂਪ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ ਜੀ, ਸਤਿ ਸ਼੍ਰੀ ਅਕਾਲ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਜੀ। ਦੋ ਵਿਸ਼ਿਆਂ ਤੇ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ ਜੀ। ਇੱਕ ਤਾਂ ਜਿਹੜਾ ਚੱਲ ਹੀ ਰਿਹਾ ਵਿਸ਼ਾ, ਆਪਾਂ ਹਰਜੋਤ ਸਿੰਘ ਜੀ ਹਮੇਸ਼ਾ ਹੀ ਇਹ ਆਪਣੇ ਜਿੰਨੇ ਵੀ ਟਰੱਕਰ ਸਰੋਤੇ ਆ ਇਸ ਟਾਈਮ, ਕਿਉਂਕਿ ਬਹੁਤ ਸਾਰੇ ਫੇਸਬੁੱਕ, YouTube ਤੇ ਪੂਰੀ ਕੈਲੀਫੋਰਨੀਆ ਤੋਂ ਬਾਹਰ ਵੀ ਬੈਠੇ ਆਪਣੇ ਪੰਜਾਬੀ ਭਾਈਚਾਰਾ ਸੁਣਦਾ ਰਹਿੰਦਾ। ਆਪਾਂ ਇਹ ਬੇਨਤੀ ਕੀਤੀ ਆ ਵੀ ਇਹਨਾਂ ਚੀਜ਼ਾਂ ਦਾ ਹੱਲ ਇੱਕੋ ਹੀ ਆ, ਸਾਨੂੰ ਇਕੱਠਿਆਂ ਹੋਣਾ ਪੈਣਾ ਵਾ। ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਵਕੀਲ ਹਾਇਰ ਕਰਨਾ, ਹੁਣ ਵਕੀਲ ਇੱਕ ਬੰਦਾ ਹਾਇਰ ਨਹੀਂ ਕਰ ਸਕਦਾ, ਸਾਡੀ ਕਮਿਊਨਿਟੀ ਨੂੰ ਏਕੇ ਨਾਲ ਹੀ ਹੋਣਾ, ਤੇ ਵਕੀਲ ਵੀ ਫਿਰ ਉਹ ਚਾਹੀਦਾ ਜਿਹੜਾ ਕਹਿੰਦੇ ਵੀ ਨੱਕ ਤੇ ਮੁੱਕੀ ਮਾਰਨ ਵਾਲਾ ਹੁੰਦਾ, ਜਿਵੇਂ ਪੰਜਾਬੀ ਦੀ ਕਹਾਵਤ ਆ, ਹਨਾ। ਕਿਉਂਕਿ ਉਹਦੇ ਵਾਸਤੇ ਲਾ ਫਾਰਮ ਚਾਹੀਦੀ ਹੈ। ਇੱਕ ਵਕੀਲ 5-7 ਹਜ਼ਾਰ 10 ਹਜ਼ਾਰ ਵਾਲੇ ਵਕੀਲ ਤੋਂ ਕੁਛ ਹੋਣਾ ਨਹੀਂ ਹੁੰਦਾ, ਹਨਾ। ਸੋ ਇਹਦੇ ਵਾਸਤੇ ਆਪਾਂ ਨੂੰ ਹਮੇਸ਼ਾ ਇਹੀ ਆ ਵੀ ਜਿਹੜੀ ਗੱਲ ਤੁਸੀਂ ਪੱਖ ਰੱਖਿਆ ਨਾ, ਮੈਂ ਇੱਕ ਦਿਨ ਅੱਗੇ ਵੀ ਤੁਹਾਡੇ ਨਾਲ ਇੱਕ ਲੋਡ ਲਾਉਣ ਗਿਆ, ਸਾਂਝੀ ਕੀਤੀ ਸੀ ਬਈ ਹਾਂ ਇਹ ਗੱਲ ਵੱਖਰੀ ਆ ਕਿ ਜਿਹਨੂੰ ਨਹੀਂ ਪਤਾ ਲੱਗਦਾ, ਚਲੋ ਥੋੜ੍ਹੀ ਬਹੁਤੀ ਜਿੰਨੀ ਕੁ ਅੰਗਰੇਜ਼ੀ ਸਮਝ ਲਈਦੀ ਆ, ਬੋਲ ਲਈਦੀ ਆ, ਉਹਦੇ ਮੁਤਾਬਕ ਫੀਲ ਹੋ ਜਾਂਦਾ ਦੂਰੋਂ ਹੀ ਕਿ ਬੰਦੇ ਦੇ ਗੱਲ ਕਰਨ ਦੇ ਲਹਿਜੇ 'ਚ ਫਰਕ ਹੈ। ਹੁਣ ਸਾਡੇ ਭਾਈਚਾਰੇ 'ਚ ਬਹੁਤ ਸਾਰੇ, ਜਿਵੇਂ ਤੁਸੀਂ ਦੱਸਿਆ ਵੀ ਟਰੱਕਰ ਆਪਣੇ ਭਾਈਚਾਰੇ 'ਚ ਵੀ ਇਹ ਮੁਸ਼ਕਿਲ ਆ ਵੀ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਵੀ ਉਹਨੇ ਗੱਲ ਕਹੀ ਕੀ ਆ। ਸੋ ਉਹਨੂੰ ਉਹਦੀਆਂ ਗੱਲਾਂ ਦੇ ਵਿੱਚੋਂ ਹੀ ਕਈ ਵਾਰ ਹੁੰਦਾ ਨਾ, ਗੱਲ ਕਰਦਿਆਂ ਫੀਲ ਆਉਣੀ, ਇੱਕ ਫੀਲ ਤਾਂ ਸਾਡੇ ਵਿੱਚ ਬਹੁਤ ਘੱਟ ਆ ਡਰਾਈਵਰਾਂ 'ਚ ਵੀ, ਜਿਹੜੀ ਉਹ ਗੱਲ 'ਚੋਂ ਫੀਲ ਲੱਭ ਲੈਣ ਵੀ ਇਹ ਮੈਨੂੰ ਗੱਲ ਕਿਵੇਂ ਕਰ ਰਿਹਾ ਵਾ। ਹੁਣ ਉਦੋਂ ਵੀ ਉੱਪਰ ਟੱਪੀ ਪਈ ਆ ਕੰਮ। ਮੈਂ ਤੁਹਾਨੂੰ ਦੱਸਾਂ ਵੀ 2 ਵੀਕ ਪਹਿਲਾਂ ਅਸੀਂ ਇੱਥੇ 5-6 ਸਿੰਘ ਵਿਹਲੇ ਬੈਠੇ, ਕਹਿੰਦੇ ਚਲੋ ਆਪਾਂ ਲੇਕ ਤੇ ਗੇੜਾ ਮਾਰ ਕੇ ਆਈਏ। ਅਸੀਂ ਉੱਥੇ ਵੋਟ ਲੈ ਲਈ ਤਾਂ ਅਸੀਂ ਤਕਰੀਬਨ ਸਾਰੇ ਸਿੰਘ ਮੇਰੇ ਨਾਲ ਦੇ ਜਿੰਨੇ ਵੀ ਸੀ, ਅਸੀਂ ਸਾਰੇ ਦਾੜੇ ਪ੍ਰਕਾਸ਼ ਸੀ, ਦਮਾਲਿਆਂ ਵਾਲੇ ਸਿੰਘ ਸੀ ਨਾਲ, ਤੇ ਬਰਾਬਰ ਦੀ ਇੱਕ ਵੋਟ ਨਿਕਲਣ ਲੱਗੀ। ਹਾਲਾਂਕਿ ਉਹਦੇ ਵਿੱਚ ਫੈਮਿਲੀ ਆ, ਨਾਲ ਬੀਬੀਆਂ ਵੀ ਨੇ 4-5 ਗੋਰੇ ਦੀਆਂ। ਉਹਨੇ ਮਤਲਬ ਉਦਾਂ ਦੀ ਕਰਤੂਤ ਕੀਤੀ ਕਿ ਸਾਡੇ ਵੱਲ ਨੂੰ ਪਿੱਠ ਕਰਕੇ ਆਪਣਾ ਕੱਛਾ ਉਤਾਰਤਾ, ਹਨਾ। ਤੁਸੀਂ ਦੇਖੋ ਫਿਰ ਹੁਣ ਉੱਥੇ ਕੀ ਸੀ, ਮੇਰੇ ਨਾਲ ਦੇ ਇੱਕ ਵਾਰੀ ਸੁਣ ਜੇ ਹੋਏ ਵੀ ਇਹ ਕੀ ਕਰਤਾ ਇਹਨੇ।
ਮੈਂ ਫਿਰ ਉਹ ਬੋਰਡ ਦੀ ਜਿਹੜੀ ਸ਼ੈੱਡ ਜਿਹਾ ਬਣਿਆ ਹੁੰਦਾ, ਚੋਂ ਬਾਹਰ ਨਿਕਲਿਆ, ਮੈਂ ਉਹਨੂੰ ਮਤਲਬ ਫਿਰ ਆਪਣੇ ਤਰੀਕੇ ਨਾਲ ਉਹਦੇ ਨਾਲ ਸ਼ੁਰੂ ਹੋਇਆ। ਮੈਂ ਕਿਹਾ ਵੀ ਠੀਕ ਆ, ਹੁਣ ਮੈਂ ਉਹ ਚੀਜ਼ਾਂ ਜੋ ਗੱਲਬਾਤ ਹੋਈ ਨਾ ਉੱਧਰ ਜਾਵਾਂ। ਫਿਰ ਉਹਦੀਆਂ ਬੀਬੀਆਂ ਨੇ ਉਹਨੂੰ ਘੂਰਿਆ ਕਿ ਤੂੰ ਇਹ ਕੀ ਕੀਤਾ, ਕਿਉਂਕਿ ਉੱਥੇ ਕਾਰਨ ਕੀ ਆ, ਸਾਡਾ ਭਾਈਚਾਰਾ ਡਰਦਾ। ਮੈਂ ਕਹਿੰਦਾ ਹੁੰਦਾ ਵੀ ਡਰਨ ਦੀ, ਜਿੱਥੇ ਡਰਨਾ ਨਾ ਗਲਤ ਕੰਮ ਕਰਦਿਆਂ ਡਰੋ, ਵੀ ਕਮਿਊਨਿਟੀ ਦਾ ਨੁਕਸਾਨ ਹੁੰਦਾ। ਜੇ ਅਸੀਂ ਚੁੱਪ ਕਰਨਾ ਗਿੱਝ ਗਏ ਨਾ ਤਾਂ ਨੁਕਸਾਨ ਬਹੁਤ ਵੱਡੇ ਹੋਣੇ ਆ, ਕਿਉਂਕਿ ਅਗਲੇ ਨੂੰ ਜਿਹਨੇ ਅੱਜ ਦਿਖਾਤੇ ਉਹ ਕੱਲ ਨੂੰ ਬੀਬੀਆਂ ਸਾਡੇ ਨਾਲ ਹੁੰਦੀਆਂ ਜਾਂ ਹੋਰ ਹੁੰਦੇ ਫੇਰ ਇਹੀ ਕਰਤੂਤ ਕਰਦਾ। ਹੁਣ ਉਹ ਦੁਬਾਰਾ ਉਹ ਤਾਂ ਨਹੀਂ ਕਰੂ, ਬਾਕੀਆਂ ਦਾ ਚਲੋ ਫੇਰ ਦੇਖਾਂਗੇ ਇੱਕ ਪੱਖ, ਹਨਾ। ਦੂਜੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਵੀ ਸਾਡੀ ਕਮਿਊਨਿਟੀ ਦਾ ਨੁਕਸਾਨ ਹੁੰਦਾ ਵਾ, ਲੋੜ ਨਹੀਂ ਮਿਲਦੇ, ਵੀਰ ਜੀ ਇਹ ਆਲਰੇਡੀ ਬਹੁਤ ਵੱਡੇ ਲੈਵਲ ਤੇ ਹੋ ਚੁੱਕਿਆ। ਸਿੰਘ ਨਾਂ ਵਾਲੇ ਬੇਅੰਤ ਆਪਣੇ ਕੋਲੇ ਕਾਲਰ ਇੱਥੇ ਦੱਸ ਕੇ ਗਏ ਆ ਵੀ ਜਦੋਂ ਵੀ ਆਪਣੇ ਲੋੜ ਲੱਭਦੇ ਆ, ਜੇ ਸਿੰਘ ਈਮੇਲ ਆਈਡੀ 'ਚ ਜਾਂ ਕਿਤੇ ਹੁੰਦਾ ਉਹ ਲੋੜ ਨਹੀਂ ਦਿੰਦੇ, ਹਨਾ। ਹੋ ਚੁੱਕਿਆ ਇਹ ਬੜੀਆਂ ਵਾਰ ਆਪਣੇ ਕੋਲੇ ਇਹਦੀਆਂ ਰਿਪੋਰਟਾਂ ਆਈਆਂ। ਹਾਂ, ਇਹਦੇ ਪਿੱਛੇ ਜਿਹੜੀ ਗੱਲ ਤੁਸੀਂ ਖਰਚਾ ਹਮੇਸ਼ਾ ਇਹ ਰੱਖਿਆ ਪੰਜਾਬੀ ਰੇਡੀਓ USA ਨੇ ਵੀ ਇਹਦੇ ਪਿੱਛੇ ਬਹੁਤ ਵੱਡੀਆਂ ਉਹ ਨੇ। ਤੁਹਾਡੇ ਯਾਦ ਹੋਣਾ ਰਾਜਕਰਨ ਸਿੰਘ ਜੀ, ਤੁਸੀਂ ਉਹ ਵੀ ਰਿਪੋਰਟ ਦਿੱਤੀ ਸੀ ਵੀ ਫਲੋਡਾ 'ਚ ਐਕਸੀਡੈਂਟ ਹੋਇਆ, $1.5 ਮਿਲੀਅਨ ਸਾਡੇ ਭਾਈਚਾਰੇ ਤੋਂ ਇਕੱਠਾ ਕਰਕੇ ਕੋਈ ਲੈ ਗਿਆ। ਹਨਾ, ਉਹਨਾਂ ਨੇ ਭਾਜੀ ਜਿਹੜੀਆਂ ਇੰਡੀਆ ਗਵਰਨਮੈਂਟ ਆ, ਆਪਾਂ ਤਾਂ ਲੋਕ ਤੇ ਨਹੀਂ, ਆਪਾਂ ਸ਼ਰੇਆਮ ਕਹਿੰਦੇ ਆ, ਆਪਾਂ ਡਰਦੇ ਨਹੀਂ ਕਿਸੇ ਤੋਂ। ਉਹਨਾਂ ਨੇ ਜਿਹੜੇ IT ਸੈੱਲ ਆ, ਜਦੋਂ ਵੀ ਇੱਕ ਕੋਈ ਇਦਾਂ ਦੀ ਖਬਰ ਆਉਂਦੀ ਆ, ਉਹ ਇੰਨੀ ਘੁਮਾਦੇ, ਉਹਨਾਂ ਕੋਲ ਹਜ਼ਾਰਾਂ ਮੈਂਬਰ ਆ, ਉਹ ਗੋਰਿਆਂ ਦੇ ਜਿੰਨੇ ਵੀ ਚੈਨਲ ਆ ਉਹ ਥੱਲੇ ਕਮੈਂਟ ਪਾਉਂਦੇ ਆ। ਉਹ ਉਹਨਾਂ ਨੇ ਨਾਂ ਗੋਰਿਆਂ ਵਾਲੇ ਰੱਖੇ ਆ, ਪੂਰੀ ਕਮਿਊਨਿਟੀ ਦੇ ਉਲਟ ਉਹ ਕਰਦੇ ਆ ਕੰਮ। ਇਹ ਵੀਰ ਜੀ ਇਹੀ ਪੱਖ ਮੈਂ ਕਹਿ ਰਿਹਾ, ਸਾਨੂੰ ਜਦ ਤੱਕ ਸਾਡਾ ਆਪਣਾ ਅਸੀਂ ਸਾਧਨ ਨਹੀਂ ਨਾ, ਸਾਡਾ IT ਡਿਪਾਰਟਮੈਂਟ ਕਿਵੇਂ ਬਣੂ? ਸਾਡਾ ਫ੍ਰੀ 'ਚ ਤੁਹਾਡੇ ਲਈ ਕੌਣ ਕੰਮ ਕਰ ਦੂ? ਇੱਥੇ ਜਦੋਂ ਕਈ ਵਾਰ ਆਪਣੀ ਰੇਡੀਓ ਤੇ ਗੱਲ ਹੁੰਦੀ ਆ ਤਾਂ ਅਸੀਂ ਕਹਿ ਦਿੰਦੇ ਹਾਂ ਜੀ ਸਾਡੇ ਲਈ ਫਲਾਨੀ ਸਾਡੀ ਸੰਸਥਾ ਕੰਮ ਕਰ ਦੂ। ਦੇਖੋ, ਇੱਕ ਬਿਲਡਿੰਗ ਖੜੀ ਕਰਨ ਲਈ ਵੀ 4 ਪਿੱਲਰ ਚਾਹੀਦੇ ਨੇ ਨਰੋਏ, ਹਨਾ। ਸਾਡੀ ਜੇ ਬਰਾਬਰਲਾ ਪਿੱਲਰ ਆ, ਸਾਨੂੰ ਉਹਦੀ ਮਦਦ ਬਹੁਤ ਵੱਡੀ ਆ, ਪਰ ਉਹ ਸਦਾ ਤੁਹਾਡੇ ਲਈ ਨਹੀਂ ਕੰਮ ਕਰ ਸਕਦੀ। ਜਿਹੜੀ ਸੰਸਥਾ ਕੋਈ ਬਰਾਬਰ ਕੰਮ ਪੈਰਲਰ ਸਾਡੀਆਂ ਬਹੁਤ ਸਾਰੀਆਂ ਜਥੇਬੰਦੀਆਂ ਕੰਮ ਕਰਦੀਆਂ, ਟਰੱਕਿੰਗ ਨੂੰ ਆਪਣਾ ਵੱਡਾ ਪਿੱਲਰ ਖੜਾ ਕਰਨਾ ਪੈਣਾ। ਜਿਹੜੀ ਆਪਾਂ ਹਮੇਸ਼ਾ ਗੱਲ ਕਰਦੇ ਆ ਉਹਦੇ ਵਾਸਤੇ ਹੁਣ ਜਿਹੜੀ ਆਪਾਂ ਗੱਲ ਕਰਦੇ ਸੀਗੇ ਬਈ ਉਹ 1.5 ਮਿਲੀਅਨ ਲੈ ਗਏ। ਉਹ 1.5 ਮਿਲੀਅਨ ਲੈ ਕੇ ਥੋੜਾ ਗਏ, ਉਹਨਾਂ ਨੇ ਤੁਹਾਡੇ ਤੇ ਇਨਵੈਸਟ ਕਰਤਾ, ਤੁਹਾਡੀ ਬਦਨਾਮੀ ਤੇ, ਕਿਉਂਕਿ ਉਹਨਾਂ ਨੇ IT ਦੇ ਵਿੱਚ ਪਾ ਕੇ ਜਿੰਨੀਆਂ ਵੀਡੀਓ ਵਾਇਰਲ ਹੋ ਰਹੀਆਂ ਸੀ ਉਹ ਵਾਇਰਲ ਏਦਾਂ ਤਾਂ ਹੋ ਨਹੀਂ ਸਕਦੀਆਂ, ਉਹਨਾਂ ਦੇ ਪਿੱਛੇ ਪੇਡ ਸੀਗੀਆਂ, ਉਹਨਾਂ ਨੇ ਪੇਡ ਕਰਕੇ ਵਾਇਰਲ ਕੀਤੀਆਂ ਨੇ। ਹੁਣ ਆਪਾਂ ਵੀਡੀਓ ਪੇਡ ਕਰਕੇ ਆਪਣਾ 1-2 ਬੱਚੇ ਲੱਗੇ ਨੇ ਨਵੇਂ ਮੁੰਡੇ ਆ, ਹੁਣ ਪਿਛਲੇ ਕੁਝ ਕੁ ਮਹੀਨਿਆਂ ਤੋਂ ਮੈਂ ਉਹਦੀ ਹਮੇਸ਼ਾ ਗਰੁੱਪਾਂ 'ਚ ਵੀਡੀਓ ਪਾਉਣਾ ਵੀ ਯਾਰ ਇਹਨੂੰ ਵੀਡੀਓ ਨੂੰ ਵਾਇਰਲ ਕਰੋ। ਉਹਦੇ ਵਿੱਚੋਂ ਗੋਰਿਆਂ ਦੀਆਂ ਵੀਡੀਓ ਕੱਢ ਕੇ ਲਿਆਉਂਦਾ ਵਾ। ਮੈਂ ਅੱਗੇ ਵੀ ਕਈ ਵਾਰ ਕਿਹਾ ਵੀ ਸਰੋਤਿਓ, ਜੇ ਕੁਛ ਨਹੀਂ ਨਾ ਕਰ ਸਕਦੇ, ਇੱਕ ਕੰਮ ਜ਼ਰੂਰ ਕਰਿਆ ਕਰੋ, ਜਿੱਥੇ ਪੰਜਾਬੀ ਭਾਈਚਾਰੇ ਦੀ ਵੀਡੀਓ ਆ ਗਈ ਉਹਨੂੰ ਛੇੜੋ ਨਾ, ਪਈ ਰਹਿਣ ਦਿਓ, ਸਭ ਨੂੰ ਪਤਾ ਲੱਗ ਜਾਣਾ ਆਪਣੇ ਆਪ। ਪਰ ਜਿੱਥੇ ਗੋਰਿਆਂ ਦੀ ਆਉਂਦੀ ਹੈ ਐਕਸੀਡੈਂਟ ਦੀ, ਉਹ ਜ਼ਰੂਰ ਸਾਰਿਆਂ ਨੂੰ ਸ਼ੇਅਰ ਕਰੋ, ਉਹ ਤੇ ਜਾ ਕੇ ਕਮੈਂਟ ਕਰੋ ਤਾਂ ਜੋ ਵਾਇਰਲ ਹੋਵੇ। ਇੰਨਾ ਤਾਂ ਕਰ ਸਕਦੇ ਆ ਨਾ, ਤਾਂ ਜੋ ਲੋਕਾਂ ਨੂੰ ਪਤਾ ਲੱਗੇ ਵੀ ਐਕਸੀਡੈਂਟ ਸਾਰੇ ਹੀ ਬਰਾਬਰ ਕਰ ਰਹੇ ਨੇ। ਮੈਂ ਇਹ ਨਹੀਂ ਸਫਾਈ ਨਹੀਂ ਦੇਣੀ ਚਾਹੁੰਦਾ ਮੈਂ, ਕਿਉਂਕਿ ਕਈ ਵਾਰ ਤੁਹਾਨੂੰ ਜਿਸ ਤਰ੍ਹਾਂ ਦੇ ਕਹਿੰਦੇ ਹੁੰਦੇ ਆ, ਭੱਜਦਿਆਂ ਨਾਲ ਭੱਜਣਾ ਪੈਂਦਾ, ਖੜਦਿਆਂ ਨਾਲ ਖੜਨਾ ਪੈਂਦਾ, ਤੁਰਦਿਆਂ ਨਾਲ ਤੁਰਨਾ ਪੈਂਦਾ ਜੇ ਰਲਣਾ ਵਾ, ਹਨਾ। ਸੋ ਇੱਕ ਤਾਂ ਇਹ ਪੱਖ ਆ ਵੀ ਇਹਦੇ ਤੇ ਤਾਂ ਜੀ ਮੈਂ ਰਮਨ ਭਾਜੀ ਨੂੰ ਵੀ ਕਈ ਵਾਰ ਕਿਹਾ ਕੋਈ, ਹਨਾ, ਵੀ ਆਪਾਂ ਨੂੰ ਦੁਬਾਰਾ ਜਿਹੜੀ ਸੰਸਥਾ ਬਾਰੇ, ਤੁਹਾਡੇ ਵਾਲੀ ਬਾਰੇ, ਮੈਂ ਨਹੀਂ ਚਾਹੁੰਦਾ ਕਿ ਕਦੇ ਅਸੀਂ ਇਹ ਇਕੱਠੇ ਹੋਈਏ, ਹੋਰ ਬਰਾਬਰ ਪੈਰਲਲ ਕਰੀਏ, ਫਿਰ ਇੱਕ ਦੂਜੇ ਨਾਲ ਅਸੀਂ ਜਦੋਂ ਜਿਹਦੀ ਹੋਈ ਰਹੀ ਹੈ। ਤੁਹਾਡੇ ਸਾਹਮਣੇ ਗੱਲਾਂ ਕਈ ਵਾਰ ਹੋਈਆਂ ਨੇ, ਇਹਦਾ ਹੱਲ ਇੱਕੋ ਆ, ਸਾਡੇ ਕੋਲ ਸਾਡੀ ਟਰੱਕਿੰਗ ਐਸੋਸੀਏਸ਼ਨ ਬਣੀ ਹੋਈ ਆ, ਇਹਨੂੰ ਦੁਬਾਰਾ ਬੈਠੋ, ਸਟਰੋਂਗ ਕਰੋ, ਸਟਰੋਂਗ ਕਰੋ। ਹਾਂ, ਸੈਕਿੰਡ ਪਿੱਲਰ ਖੜਾ ਕਰ ਲਿਆ ਤਾਂ ਗੱਲ ਬਣਨੀ ਨਹੀਂ। ਇੱਕ ਮਾੜਾ ਯਾਰ ਰਾਜਕਰਨ ਸਿੰਘ ਜੀ, ਜੇ ਸਮਾਂ ਹੋਵੇ, ਤੁਸੀਂ ਕਿਹਾ ਸੀ ਵੀ ਕਿੰਨੇ $1 ਮਿਲੀਅਨ ਜਿਹੜਾ ਪਾਰਕਿੰਗ ਲਈ ਲੱਗ ਗਿਆ ਵਾ। ਹਾਂ, ਉਹਦੇ ਵਿੱਚ ਇਹ ਹੈਗਾ ਜੀ, ਕਿਉਂਕਿ ਜਿਹੜੇ ਆਪਣਾ ਭਾਈਚਾਰਾ ਕੰਮ ਹੋਰ ਤਰੀਕੇ ਨਾਲ ਕਰਦਾ ਵਾ, ਇਹਨਾਂ ਨੇ ਜਿਹੜੇ ਹੈਗੇ ਆ ਉਹ ਜਿਹੜੀਆਂ ਟੈਂਡਰ ਕੱਢਣੇ ਹੁੰਦੇ ਆ, ਜਿਸ ਤਰੀਕੇ ਨਾਲ ਪੇਪਰ ਵਰਕ, ਇਹਨਾਂ ਦਾ ਮਾਰਜਨ ਹੀ ਬਹੁਤ ਵੱਡਾ ਹੁੰਦਾ। ਹਾਂ, ਇੱਕ ਚੀਜ਼ ਇਹ ਹੈਗੀ ਆ, ਜੇ ਟਰੱਕਿੰਗ ਦੇ ਵਿੱਚ ਡਰਾਈਵਰ ਮਾੜੇ ਨੇ ਨਾ, ਨਿਊ ਮੈਕਸੀਕੋ ਦੇ ਵਿੱਚ ਹਾਈਵੇ 40 ਦੇ ਉੱਤੇ 2-4 ਸਾਲ ਪਹਿਲਾਂ, 5 ਸਾਲ ਪਹਿਲਾਂ ਰੈਸਟ ਏਰੀਆ ਬਣੇ ਸੀਗੇ। ਅਸੀਂ ਕਹਿੰਦੇ ਨਾ ਵੀ ਸਾਡੇ ਤਾਂ ਲਾਇਸੈਂਸ ਲੈ ਕੇ ਹੋਏ ਨੇ ਜੀ, ਪੜ੍ਹਨਾ ਨਹੀਂ ਆਉਂਦਾ। ਇੰਜੀਨੀਅਰ ਨਿਊ ਮੈਕਸੀਕੋ 'ਚ ਹੋਣੇ ਵੀ ਉੱਥੇ ਦੇ ਹੀ ਨੇ, ਕਿਉਂਕਿ ਪੰਜਾਬੀ ਨਹੀਂ ਹੋਣੇ। ਵੀਰ ਜੀ, ਇੱਕ ਹਫ਼ਤੇ ਦੇ ਵਿੱਚ ਉੱਥੇ ਕੋਈ 100 ਟਰੱਕ ਟੁੱਟ ਗਿਆ ਸੀ, ਐਸੀਆਂ ਗਲਤ ਪਾਰਕਾਂ ਬਣਾਤੀਆਂ ਸੀ। ਅੱਛਾ, ਦੇਖੋ, ਹਾਂਜੀ, ਤੁਸੀਂ ਗੂਗਲ ਸਰਚ ਕਰ ਲਿਓ, ਇੰਨਾ ਐਕਸੀਡੈਂਟ ਹੋਇਆ। ਵਿਦਨ 1 ਮੰਥ ਉਹਨਾਂ ਨੇ ਉਹ ਪਾਰਕਿੰਗ ਦੁਬਾਰਾ ਬੰਦ ਕੀਤੀਆਂ, ਸਾਰੀਆਂ ਢਾਹ ਕੇ ਦੁਬਾਰੇ ਬਣਾਈਆਂ ਸੀਗੀਆਂ। ਸੋ ਇਹ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਆਹ 152 ਤੋਂ ਤੁਸੀਂ 156 ਲੈ ਕੇ ਇੱਧਰ ਨੂੰ 101 ਚੜ੍ਹਦੇ ਆ, ਜਦੋਂ ਸਲੀਨਸ ਨੂੰ ਲੋਡ ਚੱਕਣ ਜਾਂਦੇ ਆ, 2 ਰਾਉਂਡ ਅਬਾਊਟ ਬਣੇ ਆ, ਹਨਾ। ਮਗਰਲੇ ਰਾਉਂਡ ਅਬਾਊਟ 'ਚ ਤਾਂ ਉਹਨਾਂ ਨੇ ਇਕੱਲੀ ਪੇਂਟ ਦੀ ਹੋਈ ਲਾਈਨ ਮਾਰੀ ਆ, ਪਹਿਲੇ ਦੇ ਵਿੱਚ ਉਹਨਾਂ ਨੇ ਨਾ ਕੰਕਰੀਟ ਦੀ ਕਰਵ ਜੀ ਬਣਾਤੀ ਆ,
ਭਾਈ ਜੀ ਤੁਸੀਂ ਮੂਹਰਲੇ ਗੱਡੀਆਂ ਵਾਲੇ ਨੂੰ ਨਹੀਂ ਉਹ ਚੀਜ਼ ਸਮਝਾ ਸਕਦੇ ਵੀ ਤੂੰ ਕਿੱਧਰ ਜਾਣਾ ਕਿੱਧਰ ਨਹੀਂ, ਕਿਉਂਕਿ ਉਹਨੂੰ ਨੌਲੇਜ ਹੀ ਨਹੀਂ। ਟਰੱਕਾਂ ਦੀਆਂ ਟਾਇਰ ਪਾੜਦੇ ਤੁਰੇ ਜਾਂਦੇ ਆ, ਉੱਥੇ ਤੁਸੀਂ ਜਾ ਕੇ ਦੇਖਿਓ, ਉੱਥੇ ਪਤਾ ਲੱਗਦਾ ਵੀ ਇਹਨਾਂ ਦੇ ਇੰਜੀਨੀਅਰਾਂ ਨੂੰ ਪਤਾ ਹੀ ਨਹੀਂ ਵੀ ਇੱਕ ਟਰੱਕ ਵਾਲੇ ਦੀ ਜ਼ਰੂਰਤ ਕੀ ਆ, ਕੀ ਕਿੰਨਾ ਚਾਹੀਦੀ ਸਪੇਸ। ਥੈਂਕ ਯੂ ਵੀਰ ਜੀ, ਚਾਹੀਦੀ ਆ। ਓਕੇ ਵੀਰ ਜੀ, ਬਹੁਤ ਮਿਹਰਬਾਨੀ। ਇਹ ਬਿਲਕੁਲ ਸਹੀ ਹੈ। ਜਗਰੂ ਭਾਜੀ ਦੱਸ ਕੇ ਗਿਆ ਜਿਹੜੇ ਹੋਲਿਸਟਰ ਦੇ ਲੱਗ ਗਿਆ 150, ਮੈਂ ਵੀ ਕਈ ਵਾਰੀ ਉੱਥੋਂ ਆਇਆ ਕਾਰ 'ਚ, ਤੇ ਉਹ ਬੜਾ ਖਤਰਨਾਕ ਜਿਹੜਾ ਉਹਨੇ ਰਾਉਂਡ ਅਬਾਊਟ ਬਣਾਇਆ ਹੈਗਾ ਉੱਥੇ। ਜੀ